ਹੈਲੋ ਗਾਈਜ਼, ਮੇਰੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਆ। ਸੋ ਦੋਸਤੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ। ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ, ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਐਂਡ ਜੋ ਬੈਲ ਆਈਕਨ ਹੈ ਉਸ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲੇ ਮੇਰੀਆਂ ਵੀਡੀਓਜ਼ ਸਭ ਤੋਂ ਪਹਿਲਾਂ ਪਹੁੰਚਣ। ਸੋ ਦੋਸਤੋ, ਆਪਾਂ ਨੇ ਜੋ ਅੱਜ ਦਾ ਲੈਸਨ ਕਰਨਾ ਹੈ ਉਹ ਹੈ ਈਮੇਲ ਦੀ ਟਰਮੀਨੋਲੋਜੀ। ਠੀਕ ਆ, ਇੰਪੋਰਟੈਂਟ ਟਰਮਸ ਮਤਲਬ ਉਹਦੇ ਵਿੱਚ ਜੋ ਆਉਂਦੇ ਨੇਗੇ। ਠੀਕ ਆ, ਸੋ ਦੋਸਤੋ, ਸਭ ਤੋਂ ਪਹਿਲਾਂ ਆਪਾਂ ਜੋ ਗੱਲ ਕਰਦੇ ਹਾਂ ਉਹ ਗੱਲ ਕਰਦੇ ਹਾਂ ਪਹਿਲੀ ਟਰਮ ਦੇ ਬਾਰੇ। ਉਹ ਹੈ ਈਮੇਲ ਐਡਰੈਸ। ਐਂਡ ਈਮੇਲ ਐਡਰੈਸ ਇਜ਼ ਏ ਨੇਮ ਫॉर ਇਲੈਕਟ੍ਰੋਨਿਕ ਪੋਸਟ ਬਾਕਸ ਦੈਟ ਕੈਨ ਰਿਸੀਵ ਈਮੇਲ ਮੈਸੇਜ ਔਨ ਏ ਨੈਟਵਰਕ। ਅਗਰ ਦੋਸਤੋ ਆਪਾਂ ਪੋਸਟ ਬਾਕਸ ਦੀ ਗੱਲ ਕਰੀਏ ਵੀ ਪੋਸਟ ਬਾਕਸ ਕੀ ਹੁੰਦਾ ਗਾ, ਸੋ ਤੁਸੀਂ ਦੇਖਿਆ ਹੋਊਗਾ ਕਿ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਏਰੀਏ ਦੇ ਵਿੱਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਪਹਿਲਾਂ ਪੋਸਟ ਬਾਕਸ ਹੁੰਦੇ ਸੀਗੇ ਜਿਹਦੇ ਵਿੱਚ ਤੁਸੀਂ ਜਾ ਕੇ ਕੋਈ ਵੀ ਚਿੱਠੀ ਵਗੈਰਾ, ਕੋਈ ਵੀ ਈਮੇਲ ਵਗੈਰਾ, ਕੋਈ ਵੀ ਮੇਲ ਅਗਰ ਤੁਸੀਂ ਕਿਤੇ ਵੀ ਸੈਂਡ ਕਰਨਾ, ਕੋਈ ਵੀ ਤੁਸੀਂ ਕੋਈ ਵੀ ਇੱਦਾਂ ਦੀ ਕੋਈ ਫਾਰਮ ਵਗੈਰਾ ਤੁਸੀਂ ਕਿਸੇ ਸੈਂਡ ਕਰਨਾ ਤਾਂ ਤੁਸੀਂ ਉਹਦੇ ਵਿੱਚ ਜਾ ਕੇ ਪਾ ਦਿੰਦੇ ਸੀ। ਠੀਕ ਆ, ਸੋ ਉਸੇ ਤਰੀਕੇ ਨਾਲ ਜਦੋਂ ਉਹ ਕਿਸੇ ਹੋਰ ਜਗ੍ਹਾ 'ਤੇ ਜਾਂਦਾ ਸੀ ਤਾਂ ਉੱਥੇ ਜਿੱਥੇ ਉਹ ਜਾਂਦਾ ਸੀਗਾ, ਠੀਕ ਆ, ਜਿਹੜੀ ਚੀਜ਼ ਦਾ ਤੁਸੀਂ ਐਡਰੈਸ ਪਾਇਆ ਹੋਊਗਾ ਤਾਂ ਉਹ ਉਹੀ ਸੇਮ ਐਡਰੈਸ 'ਤੇ ਜਾ ਕੇ ਉਹ ਉਸੇ ਤਰੀਕੇ ਨਾਲ ਇੱਕ ਪੋਸਟ ਬਾਕਸ ਦੇ ਵਿੱਚ ਜਾਂਦਾ ਗਾ। ਸੋ ਜਿੱਥੇ ਜਾ ਕੇ ਤੁਸੀਂ ਆਪਣੇ ਈਮੇਲਸ ਵਗੈਰਾ ਜਾ ਕੇ ਲੈ ਸਕਦੇ ਸੀ। ਸੋ ਹੋ ਸਕਦਾ ਕਿ ਜਿਹੜੇ ਪੋਸਟ ਬਾਕਸ ਨੇਗੇ ਉਹ ਤੁਹਾਡੇ ਏਰੀਏ ਦੇ ਵਿੱਚ ਹੋਣ, ਤੁਹਾਡੇ ਘਰ ਦੇ ਸਾਹਮਣੇ ਹੋਣ, ਜਿੱਥੇ ਜਾ ਕੇ ਤੁਸੀਂ ਕੋਈ ਵੀ ਆਪਣਾ ਜਿਹੜਾ ਤੁਹਾਡੇ ਪ੍ਰਤੀ ਕੋਈ ਪੋਸਟ ਬਾਕਸ ਆਇਆ ਹੁੰਦਾ ਤੁਸੀਂ ਉੱਥੋਂ ਜਾ ਕੇ ਆਪਣਾ ਕੋਈ ਵੀ ਮੇਲ ਵਗੈਰਾ ਲੈ ਸਕਦੇ। ਸੋ ਕਹਿਣ ਦਾ ਭਾਵ ਹੈ ਕਿ ਪੋਸਟ ਬਾਕਸ ਇੱਕ ਤਰ੍ਹਾਂ ਦਾ ਉਹ ਬਾਕਸ ਹੁੰਦੇ ਨੇ ਕਿ ਜਿਸ ਦੇ ਵਿੱਚ ਜਿਹੜੇ ਤੁਸੀਂ ਕੋਈ ਵੀ ਪੋਸਟ ਕੀਤੀ ਹੁੰਦੀ ਆ ਚੀਜ਼ ਉਹ ਸੇਮ ਉਸ ਜਗ੍ਹਾ 'ਤੇ ਆ ਕੇ ਇਕੱਠੀ ਹੋ ਜਾਂਦੀ ਆ। ਸੋ ਮੰਨ ਲਓ ਕਿ ਤੁਸੀਂ ਤੁਹਾਡਾ ਕੋਈ ਮੇਲ ਆ, ਠੀਕ ਆ, ਹੁਣ ਤਾਂ ਚਲੋ ਹੁਣ ਤਾਂ ਇਲੈਕਟ੍ਰੋਨਿਕ ਮੇਲਸ ਵਗੈਰਾ ਚੱਲ ਪਏ। ਪਹਿਲਾਂ ਹੁੰਦੇ ਸੀਗੇ ਪੋਸਟ ਬਾਕਸ ਜ਼ਿਆਦਾਤਰ ਯੂਜ਼, ਹੁਣ ਤਾਂ ਸਿਰਫ ਇੱਕ ਜਿੱਦਾਂ ਕਿ ਸਰਕਾਰੀ ਜੋਬਸ ਵਗੈਰਾ ਹੋ ਗਈਆਂ ਜਾਂ ਫਿਰ ਕੋਈ ਆਪਣੇ ਬੈਂਕਸ ਵਗੈਰਾ ਦਾ ਕੋਈ ਸਟੇਟਮੈਂਟ ਵਗੈਰਾ ਆਉਂਦੀਆਂ ਨੇ ਕਿ ਜਾਂ ਕੋਈ ਪਾਸਪੋਰਟ ਵਗੈਰਾ ਆਉਂਦੇ ਨੇ ਉਹ ਪੋਸਟ ਬਾਕਸ ਦੇ ਵਿੱਚ ਆਉਂਦੇ ਨੇ ਕਿ ਸੋ ਤੁਸੀਂ ਕਈ ਵਾਰੀ ਹੁੰਦਾ ਕਿ ਹੁਣ ਤਾਂ ਚਲੋ ਘਰਾਂ ਦੇ ਵਿੱਚ ਆ ਕੇ ਫੜਾ ਜਾਂਦੇ ਨੇ ਕਿ ਜਿਹੜੇ ਡਾਕੀ ਹੁੰਦੇ ਨੇ, ਬਟ ਪਹਿਲਾਂ ਕੀ ਹੁੰਦਾ ਸੀਗਾ ਕਿ ਇੱਕ ਤਰ੍ਹਾਂ ਦਾ ਪੋਸਟ ਬਾਕਸ ਹੁੰਦਾ ਸੀਗਾ ਜਿਹਦੇ ਵਿੱਚ ਵੀ ਮੇਲ, ਕੋਈ ਵੀ ਫਾਰਮ ਵਗੈਰਾ ਉਸ ਦੇ ਵਿੱਚ ਆਉਂਦਾ ਸੀਗਾ, ਕੋਈ ਵੀ ਚਿੱਠੀ ਵਗੈਰਾ ਉਸ ਦੇ ਵਿੱਚ ਆਉਂਦੀ ਸੀ ਅਤੇ ਤੁਸੀਂ ਜਾ ਕੇ ਡਾਇਰੈਕਟ ਉਸ ਪੋਸਟ ਬਾਕਸ ਦੇ ਵਿੱਚੋਂ ਜਾ ਕੇ ਆਪਣਾ ਜਿਹੜਾ ਤੁਹਾਡਾ ਕੋਈ ਵੀ ਜਿਹੜਾ ਪੱਤਰ ਹੁੰਦਾ ਸੀ ਜਾਂ ਕੋਈ ਵੀ ਤੁਹਾਡੇ ਰਿਲੇਟਡ ਕੋਈ ਫਾਰਮ ਵਗੈਰਾ ਹੁੰਦਾ ਸੀ, ਕੋਈ ਵੀ ਚੀਜ਼ ਹੁੰਦੀ ਸੀ ਤੁਸੀਂ ਉਸ ਦੇ ਵਿੱਚੋਂ ਜਾ ਕੇ ਪ੍ਰਾਪਤ ਕਰਦੇ ਸੀਗੇ। ਸੋ ਉਸ ਤਰੀਕੇ ਨਾਲ ਉਹ ਇੱਕ ਐਡਰੈਸ ਹੁੰਦਾ ਗਾ। ਠੀਕ ਆ, ਪੋਸਟ ਬਾਕਸ ਦਾ ਐਡਰੈਸ ਹੁੰਦਾ ਗਾ ਜਿਸ ਦੇ ਵਿੱਚ ਜੋ ਫਾਰਮ ਵਗੈਰਾ ਹੁੰਦੇ ਨੇ, ਕੋਈ ਵੀ ਚੀਜ਼ ਹੁੰਦੀ ਆ ਉਹ ਉਸ ਦੇ ਵਿੱਚ ਇਕੱਠੀ ਹੁੰਦੀ ਆ। ਸੋ ਜਿਹੜਾ ਇਲੈਕਟ੍ਰੋਨਿਕ ਪੋਸਟ ਬਾਕਸ ਹੁੰਦਾ ਇਹ ਸੇਮ ਉਸੇ ਤਰੀਕੇ ਨਾਲ ਕੰਮ ਕਰਦਾ ਜਿਸ ਤਰੀਕੇ ਨਾਲ ਪਹਿਲਾਂ ਪੋਸਟ ਬਾਕਸ ਕੰਮ ਕਰਦਾ ਹੁੰਦਾ ਸੀਗਾ। ਸੋ ਇਲੈਕਟ੍ਰੋਨਿਕ ਪੋਸਟ ਬਾਕਸ ਦੇ ਵਿੱਚ ਕੀ ਹੁੰਦਾ ਗਾ ਕਿ ਇੱਕ ਐਡਰੈਸ ਹੁੰਦਾ ਗਾ। ਜਿਵੇਂ ਕਿ ਤੁਸੀਂ ਮੰਨ ਲਓ ਕਿ ਮੇਰੀ ਆਈਡੀ ਆ ਹੈਰੀ ਸਿੰਘ ਸੋਢੀ। ਠੀਕ ਆ, ਅਗਰ ਤੁਹਾਡੇ ਕੋਲੇ ਮੇਰੀ ਹੈਰੀ ਸਿੰਘ ਸੋਢੀ ਆਈਡੀ ਹੋਵੇਗੀ ਤਾਂ ਤੁਸੀਂ ਜਦੋਂ ਉਸ ਚੀਜ਼ ਨੂੰ ਆਪਣੇ ਟੂ ਦੇ ਵਿੱਚ ਫਿਲ ਕਰੋਗੇ ਵੀ ਹਾਂ ਤੁਸੀਂ ਕਿਸੇ ਜਿਹੜੇ ਬੰਦੇ ਨੂੰ ਤੁਸੀਂ ਭੇਜਣਾ, ਤੁਸੀਂ ਉਹਦਾ ਜਿਹੜਾ ਐਡਰੈਸ ਫਿਲ ਕਰੋਗੇ ਉਹ ਇੱਕ ਤਰ੍ਹਾਂ ਦਾ ਈਮੇਲ ਐਡਰੈਸ ਹੁੰਦਾ ਗਾ ਜਿਸ ਦੇ ਉੱਤੇ ਤੁਹਾਡਾ ਜਿਹੜੇ ਭੇਜੇ ਗਏ ਮੇਲਸ ਵਗੈਰਾ ਹੁੰਦੇ ਨੇ ਉਸ ਦੇ ਵਿੱਚ ਜਾ ਕੇ ਇਕੱਠੇ ਹੁੰਦੇ ਨੇ, ਉਸ ਬੰਦੇ ਨੂੰ ਪ੍ਰਾਪਤ ਹੁੰਦੇ ਨੇਗੇ। ਸੋ ਇੱਕ ਤਰੀਕੇ ਨਾਲ ਈਮੇਲ ਉਹ ਐਡਰੈਸ ਹੁੰਦਾ ਜਿਸ ਦੇ ਉੱਤੇ ਤੁਸੀਂ ਕੋਈ ਵੀ ਚੀਜ਼ ਸੈਂਡ ਕਰਦੇ ਹੋ, ਭੇਜਦੇ ਹੋ। ਠੀਕ ਆ, ਉਹ ਸੁਨੇਹੇ ਪ੍ਰਾਪਤ ਕਰਨ ਵਾਲਾ ਇੱਕ ਐਡਰੈਸ ਹੁੰਦਾ ਗਾ, ਇੱਕ ਪੋਸਟ ਬਾਕਸ ਹੁੰਦਾ ਗਾ। ਸੋ ਉਸ ਤੋਂ ਜਿਹੜੀ ਨੈਕਸਟ ਟਰਮ ਆ ਉਹ ਹੈ CC। ਸੋ CC ਕੀ ਆ? ਇਹ CC ਸ਼ਾਰਟ ਫਾਰਮ ਕਾਰਬਨ ਕਾਪੀ ਇਜ਼ ਏ ਕਾਪੀ ਆਫ ਐਨ ਈਮੇਲ ਮੈਸੇਜ ਸੈਂਡ ਟੂ ਏ ਰਿਸੀਪੀਐਂਟ ਹੁਜ਼ ਈਮੇਲ ਐਡਰੈਸ ਅਪੀਅਰਸ ਇਨ ਦਾ ਮੈਸੇਜ CC ਹੈਡਰ ਫੀਲਡ। ਸੋ CC ਕੀ ਹੈ? CC ਨੂੰ ਸ਼ਾਰਟ ਫਾਰਮ ਦੇ ਵਿੱਚ ਕਿਹਾ ਜਾਂਦਾ ਹੈਗਾ ਕਾਰਬਨ ਕਾਪੀ। ਸੋ ਤੁਸੀਂ ਜਦੋਂ ਕਿਸੇ ਨੂੰ ਮੇਲ ਸੈਂਡ ਕਰਦੇ ਹੋ ਤਾਂ ਤੁਸੀਂ ਦੇਖਿਆ ਹੋਊਗਾ ਸਭ ਤੋਂ ਪਹਿਲਾਂ ਟੂ ਆਉਂਦਾ ਹੈ ਨਾ, ਫਿਰ CC ਆਉਂਦਾ, ਫਿਰ BC ਆਉਂਦਾ, ਫਿਰ ਸਬਜੈਕਟ ਆਉਂਦਾ ਹੈ ਨਾ। ਸੋ ਜਦੋਂ ਟੂ ਤੋਂ ਬਾਅਦ CC ਆਉਂਦਾ, CC ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਬੰਦਿਆਂ ਨੂੰ ਕੋਈ ਵੀ ਮੇਲ ਸੈਂਡ ਕਰਨਾ ਤਾਂ ਤੁਸੀਂ ਜਦੋਂ ਇੱਕ ਤੋਂ ਜ਼ਿਆਦਾ ਬੰਦਿਆਂ ਦੇ ਉਹਦੇ ਵਿੱਚ ਮੇਲ ਜਿਹੜੇ ਐਡਰੈਸ ਹੁੰਦੇ ਨੇ, ਈਮੇਲ ਐਡਰੈਸ ਹੁੰਦੇ ਨੇ ਕਿ ਹੋਰਾਂ ਲੋਕਾਂ ਦੇ, ਉਹਨੂੰ ਜਦੋਂ ਤੁਸੀਂ ਉਸ ਦੇ ਵਿੱਚ ਫੀਲਡ ਕਰਦੇ ਹੋ ਅਲੱਗ-ਅਲੱਗ ਬੰਦਿਆਂ ਦੇ ਤਾਂ ਹੁੰਦਾ ਕੀ ਹੈ ਕਿ ਇੱਕੋ ਟਾਈਮ ਦੇ ਵਿੱਚ ਉਹ ਮੇਲ ਜਦੋਂ ਕਈ ਬੰਦਿਆਂ ਨੂੰ ਜਾਂਦਾ ਹੈ ਤਾਂ ਉਹ ਕਾਪੀ ਹੋ ਕੇ ਜਾਂਦਾ ਹੈ ਸਾਰਿਆਂ ਨੂੰ। ਠੀਕ ਆ, ਮਤਲਬ ਮੰਨ ਲਓ ਕਿ ਇੱਕ ਬੰਦੇ ਕੋਲੇ ਇੱਕ ਬੁੱਕਸ ਆ ਅਤੇ ਉਸ ਬੁੱਕਸ ਨੂੰ ਮੰਗ ਕਿੰਨੇ ਰਹੇ ਨੇ 10 ਬੰਦੇ, ਤਾਂ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਇੱਕੋ ਟਾਈਮ ਦੇ ਵਿੱਚ 10 ਕਾਪੀਆਂ ਉਸ ਦੀਆਂ ਕਾਪੀਆਂ ਕਢਵਾ ਕੇ ਉਹ 10 ਬੰਦਿਆਂ ਨੂੰ ਵੰਡ ਦਿੰਦੇ ਹੋ ਤਾਂ ਉਸ ਤਰੀਕੇ ਨਾਲ ਇੱਕ ਤਾਂ ਬੰਦੇ ਕੋਲੇ ਓਰੀਜਨਲ ਰਹਿ ਗਈ ਅਤੇ ਬਾਕੀ ਜਿਹੜੇ ਸਾਰਿਆਂ ਕੋਲੇ ਜਿਹੜੀ ਕਾਪੀਸ ਜਾਂਦੀਆਂ ਨੇ ਉਹ ਕੀ ਹੁੰਦੀਆਂ ਨੇਗੀਆਂ? ਕਾਰਬਨ ਕਾਪੀਸ ਹੁੰਦੀਆਂ ਨੇਗੀਆਂ। ਸੋ ਉਸ ਤਰੀਕੇ ਨਾਲ ਤੁਸੀਂ ਸਮਝ ਸਕਦੇ ਹੋ। ਸੋ CC ਇੱਕ ਤਰ੍ਹਾਂ ਦੀ ਕਾਰਬਨ ਕਾਪੀ ਹੁੰਦੀ ਆ। ਹੁੰਦਾ ਕੀ ਆ ਕਿ ਜਦੋਂ ਤੁਸੀਂ ਇੱਕ
ਇੱਕੋ ਟਾਈਮ ਦੇ ਉੱਤੇ ਕਈ ਲੋਕਾਂ ਨੂੰ ਇੱਕ ਮੈਸੇਜ ਸੈਂਡ ਕਰਦੇ ਹੋ, ਮੇਲ ਸੈਂਡ ਕਰਦੇ ਹੋ, ਤਾਂ ਜਦੋਂ ਉਹ ਇੱਕੋ ਸਮੇਂ ਦੇ ਉੱਤੇ ਕਾਫੀ ਲੋਕਾਂ ਦੇ ਕੋਲੇ ਜਾਂਦਾ ਉਸ ਨੂੰ ਤਾਂ CC ਕਿਹਾ ਜਾਂਦਾ। ਪਰੰਤੂ BCC ਕੀ ਆ? BCC ਇੱਕ ਤਰ੍ਹਾਂ ਹੁੰਦਾ ਇਹ ਆ ਕਿ ਜਦੋਂ ਤੁਸੀਂ ਮੰਨ ਲਓ ਤੁਸੀਂ 3 ਬੰਦਿਆਂ ਨੂੰ ਮੈਸੇਜ ਸੈਂਡ ਕੀਤਾ, ਮੇਲ ਸੈਂਡ, ਸੋ ਜਿਹੜੇ ਉਹ 3 ਜਾਣੇ ਹੋਣਗੇ ਉਹਨਾਂ ਨੂੰ ਪਤਾ ਚੱਲ ਜਾਵੇਗਾ ਕਿ ਇਹ ਮੈਸੇਜ ਮੇਰੇ ਤੋਂ ਇਲਾਵਾ 2 ਹੋਰ ਜਾਣਿਆਂ ਨੂੰ ਵੀ ਸੈਂਡ ਕੀਤਾ ਗਿਆ ਹੈ। ਸੋ ਉਸ ਤਰੀਕੇ ਨਾਲ ਉਸ ਚੀਜ਼ ਨੂੰ BCC ਕਿਹਾ ਜਾਂਦਾ। ਸੋ ਨੈਕਸਟ ਟਰਮ ਜਿਹੜੀ ਆਉਂਦੀ ਆ ਉਹ ਹੈ ਈਮੇਲ ਬੋਡੀ। ਦਾ ਈਮੇਲ ਬੋਡੀ ਇਜ਼ ਦਾ ਮੇਨ ਪਾਰਟ ਆਫ ਈਮੇਲ ਮੈਸੇਜ ਦੈਟ ਕੰਟੇਨਸ ਦਾ ਮੈਸੇਜ, ਟੈਕਸਟ, ਇਮੇਜਸ ਐਂਡ ਅਦਰ ਡਾਟਾ। ਸੋ ਈਮੇਲ ਬੋਡੀ ਕੀ ਹੁੰਦੀ ਆ ਉਸ ਦੇ ਬਾਰੇ ਆਪਾਂ ਗੱਲ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਜਦੋਂ ਸਬਜੈਕਟ ਤੋਂ ਬਾਅਦ ਇੱਕ ਅਜਿਹੀ ਜਗ੍ਹਾ ਆਉਂਦੀ ਆ ਜਿਸ ਦੇ ਵਿੱਚ ਤੁਸੀਂ ਆਪਣਾ ਮੈਸੇਜ ਟਾਈਪ ਕਰਦੇ ਹੋ। ਮੰਨ ਲਓ ਤੁਸੀਂ ਕੋਈ ਐਪਲੀਕੇਸ਼ਨ ਕਿਸੇ ਨੂੰ ਸੈਂਡ ਕਰਨੀ ਆ, ਠੀਕ ਆ, ਤਾਂ ਤੁਸੀਂ ਜਿਸ ਜਗ੍ਹਾ 'ਤੇ ਉਸ ਨੂੰ ਟਾਈਪ ਕਰਦੇ ਹੋ, ਜਿਸ ਜਗ੍ਹਾ ਦੇ ਉੱਤੇ ਤੁਸੀਂ ਕੋਈ ਇਮੇਜ ਅਪਲੋਡ ਕਰਦੇ ਹੋ ਜਾਂ ਕੋਈ ਹੋਰ ਡਾਟਾ ਤੁਹਾਡਾ ਜਿਸ ਜਗ੍ਹਾ 'ਤੇ ਆ ਕੇ ਅਪਲੋਡ ਹੁੰਦਾ ਗਾ, ਜਿਸ ਜਗ੍ਹਾ 'ਤੇ ਪਿਆ ਹੁੰਦਾ, ਜਿਸ ਜਗ੍ਹਾ ਦੇ ਸਾਹਮਣੇ ਦਿਖਦਾ ਹੁੰਦਾ ਗਾ, ਉਸ ਜਗ੍ਹਾ ਨੂੰ ਕੀ ਕਿਹਾ ਜਾਂਦਾ? ਈਮੇਲ ਬੋਡੀ ਕਿਹਾ ਜਾਂਦਾ ਗਾ। ਉਸ ਜਗ੍ਹਾ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਸੰਦੇਸ਼ ਤੁਸੀਂ ਕਿਸੇ ਨੂੰ ਸੈਂਡ ਕਰਨਾ, ਉਹ ਸੰਦੇਸ਼ ਜਿਸ ਜਗ੍ਹਾ 'ਤੇ ਲਿਖਿਆ ਜਾਂਦਾ ਉਸ ਚੀਜ਼ ਨੂੰ ਕੀ ਕਿਹਾ ਜਾਂਦਾ? ਈਮੇਲ ਬੋਡੀ। ਸੋ ਉਸ ਤੋਂ ਬਾਅਦ ਨੈਕਸਟ ਜਿਹੜੀ ਟਰਮ ਆਉਂਦੀ ਆ ਉਹ ਹੈ ਈਮੇਲ ਕਲਾਇੰਟ। An email client is a program, a computer or mobile devices for user to read and send electronic message. So email client ਇੱਕ ਤਰ੍ਹਾਂ ਉਹ ਹੁੰਦੀ ਹੈ ਜਗ੍ਹਾ। ਸੋ ਈਮੇਲ ਕਲਾਇੰਟ ਇੱਕ ਤਰ੍ਹਾਂ ਕੋਈ ਕੰਪਿਊਟਰ ਹੁੰਦਾ ਜਾਂ ਮੋਬਾਈਲ ਹੁੰਦਾ ਜਾਂ ਕੋਈ ਵੀ ਉਪਕਰਨ ਹੁੰਦਾ ਜਿਸ ਦੇ ਰਾਹੀਂ ਤੁਸੀਂ ਕੋਈ ਸੰਦੇਸ਼ ਕਿਸੇ ਨੂੰ ਭੇਜ ਰਹੇ ਹੋ ਜਾਂ ਕਿਸੇ ਦਾ ਸੰਦੇਸ਼ ਪੜ੍ਹ ਰਹੇ ਹੋ, ਉਸ ਚੀਜ਼ ਨੂੰ ਕੀ ਕਿਹਾ ਜਾਂਦਾ? ਈਮੇਲ ਕਲਾਇੰਟ। ਸੋ ਉਸ ਤੋਂ ਬਾਅਦ ਨੈਕਸਟ ਜਿਹੜੀ ਟਰਮ ਆ ਉਹ ਹੈ ਈਮੇਲ ਹੈਡਰ। ਈਮੇਲ ਹੈਡਰ ਕੀ ਆ? ਇਹਦੇ ਵਿੱਚ ID, ਡੇਟ, ਫਾਰਮ, ਯੂਜ਼ਰ ਦਾ ਜਿਹੜਾ ਐਡਰੈਸ ਹੁੰਦਾ, ਈਮੇਲ ਐਡਰੈਸ ਹੁੰਦਾ ਗਾ, ਜਾਂ ਫਿਰ ਜਿਹੜਾ ਸੈਂਡਰ ਦਾ ਜਾਂ ਰਿਸੀਵਰ ਦਾ ਜਿਹੜਾ ਈਮੇਲ IP ਐਡਰੈਸ ਹੁੰਦਾ ਗਾ, ਉਹ ਸਾਰਾ ਕੁਝ ਜਿਹੜਾ ਸਭ ਤੋਂ ਪਹਿਲਾਂ ਇਹਦਾ ਹਿੱਸਾ ਬਣਦੀਆਂ ਨੇ, ਉਸ ਚੀਜ਼ ਨੂੰ ਕੀ ਕਿਹਾ ਜਾਂਦਾ? ਈਮੇਲ ਹੈਡਰ। ਸੋ ਉਸ ਤੋਂ ਬਾਅਦ ਨੈਕਸਟ ਜਿਹੜੀ ਟਰਮ ਆਉਂਦੀ ਆ ਉਹ ਹੈ ਈਮੇਲ ਸਰਵਰ। ਐਨ ਈਮੇਲ ਸਰਵਰ ਇਜ਼ ਏ ਪ੍ਰੋਗਰਾਮ ਰਨਿੰਗ ਐਟ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਐਂਡ ਲਾਰਜ ਸਾਈਟਸ ਯੂਜ਼ਰ ਟੂ ਟਰਾਂਸਪੋਰਟ ਮੇਲ। ਯੂਜ਼ਰ normally do not interact with the email server directly. Email is submitted with an email client to an email server which deliver it to the recipient is email client. ਸੋ ਜਿਹੜਾ ਇੱਕ ਈਮੇਲ ਸਰਵਰ ਹੁੰਦਾ ਉਹ ਇੱਕ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਗਾ ਜਿਸ ਦੇ ਵਿੱਚ ਤੁਸੀਂ ਜਦੋਂ ਕੋਈ ਵੀ ਮੇਲ ਵਗੈਰਾ ਜਦੋਂ ਤੁਸੀਂ ਸੈਂਡ ਕਰਦੇ ਹੋ ਤਾਂ ਉਹ ਡਾਇਰੈਕਟਲੀ ਸਿੱਧਾ ਦੂਸਰੇ ਜਿਹੜਾ ਰੈਸੀਪੀਐਂਟ ਹੁੰਦਾ ਉਹਦੇ ਕੋਲ ਸਿੱਧਾ ਨਹੀਂ ਜਾਂਦਾ, ਜਿਹੜਾ ਰਿਸੀਵ ਕਰਦਾ ਉਸ ਦੇ ਕੋਲ ਸਿੱਧਾ ਨਹੀਂ ਜਾਂਦਾ। ਉਸ ਤੋਂ ਪਹਿਲਾਂ ਉਹ ਇੱਕ ਸਰਵਰ ਬਣਿਆ ਹੁੰਦਾ ਜਿਸ ਦੇ ਵਿੱਚ ਉਹ ਤੁਹਾਡਾ ਜਿਹੜਾ ਮੇਲ ਹੁੰਦਾ ਉਹ ਉਸ ਦੇ ਵਿੱਚ ਜਾਂਦਾ ਗਾ। ਸੋ ਉਸ ਤੋਂ ਬਾਅਦ ਉਹ ਸਰਵਰ ਤੋਂ ਬਾਅਦ ਨੈਕਸਟ ਤੁਹਾਡਾ ਜਿਹੜਾ ਕਲਾਇੰਟ ਹੁੰਦਾ ਜਾਂ ਜਿਹਦੇ ਕੋਲ ਤੁਸੀਂ ਮੇਲ ਆਪਣਾ ਭੇਜਿਆ ਉਸ ਦੇ ਕੋਲ ਜਾਂਦਾ ਹੈਗਾ, ਠੀਕ ਆ। ਸੋ ਇੱਕ ਤਰ੍ਹਾਂ ਨਾਲ ਈਮੇਲ ਸਰਵਰ ਉਹ ਹੁੰਦਾ ਗਾ ਜਿਹੜਾ ਕਿ ਤੁਹਾਡੇ ਜਿਹੜੇ ਮੇਲ ਹੁੰਦੇ ਨੇਗੇ ਉਹਨੂੰ ਇੱਕ ਦੂਸਰੇ ਨਾਲ ਟਰਾਂਸਪੋਰਟ ਕਰਨ ਦੇ ਵਿੱਚ ਮਦਦ ਕਰਦਾ। ਸੋ ਉਸ ਤੋਂ ਬਾਅਦ ਜਿਹੜੀ ਨੈਕਸਟ ਟਰਮ ਆ ਉਹ ਹੈ ਫਰੋਮ। ਦਾ ਫਰੋਮ ਹੈਡਰ ਫੀਲਡ ਇਨ ਐਨ ਈਮੇਲ ਕੰਟੇਨਸ ਦਾ ਮੈਸੇਜ ਆਥਰ। ਇਟ ਮਸਟ ਲਿਸਟ ਦਾ ਈਮੇਲ ਐਡਰੈਸਸ ਐਂਡ ਵਨ ਕੈਨ ਐਡ ਏ ਨੇਮ ਐਜ਼ ਵੈਲ। ਉਹ ਸਰਲੇਖ ਖੇਤਰ ਜਿਸ ਦੇ ਵਿੱਚ ਤੁਹਾਡਾ ਈਮੇਲ ਐਡਰੈਸ ਪਿਆ ਹੁੰਦਾ ਉਸ ਨੂੰ ਫਰੋਮ ਕਿਹਾ ਜਾਂਦਾ। ਉਸ ਤੋਂ ਬਾਅਦ ਜਿਹੜੀ ਨੈਕਸਟ ਟਰਮ ਆ ਉਹ ਹੈ ਅਟੈਚਮੈਂਟ। ਐਨ ਅਟੈਚਮੈਂਟ ਇਜ਼ ਏ ਫਾਈਲ ਸਚ ਐਜ਼ ਐਨ ਇਮੇਜ, ਏ ਵਰਡ ਪ੍ਰੋਸੈਸਿੰਗ ਡਾਕੂਮੈਂਟ ਔਰ ਐਨ MP3 ਫਾਈਲਸ ਦੈਟ ਇਜ਼ ਏ ਸੈਂਡ ਅਲੋਂਗ ਵਿਦ ਐਨ ਈਮੇਲ ਮੈਸੇਜਿੰਗ। ਸੋ ਜਿਸ ਜਗ੍ਹਾ ਦੇ ਉੱਤੇ ਜਾ ਕੇ ਤੁਸੀਂ ਆਪਣੀਆਂ ਇਮੇਜਸ ਵਗੈਰਾ, ਡਾਕੂਮੈਂਟ ਵਗੈਰਾ, ਕੋਈ ਫਾਰਮ ਵਗੈਰਾ ਨੂੰ ਅਟੈਚ ਕਰਦੇ ਹੋ, ਅਪਲੋਡ ਕਰਦੇ ਹੋ, ਉਸ ਜਗ੍ਹਾ ਨੂੰ ਕੀ ਕਿਹਾ ਜਾਂਦਾ? ਅਟੈਚਮੈਂਟ ਕਿਹਾ ਜਾਂਦਾ ਗਾ, ਠੀਕ ਆ। ਸੋ ਉਸ ਤੋਂ ਬਾਅਦ ਅਗਰ ਆਪਾਂ ਨੈਕਸਟ ਟਰਮ ਦੀ ਗੱਲ ਕਰੀਏ IMAP, ਤਾਂ IMAP ਨੂੰ ਜਿਹੜੀ ਇਹਦੀ ਫੁੱਲ ਫਾਰਮ ਆ ਉਹ ਹੈ ਇੰਟਰਨੈਟ ਮੈਸੇਜਿੰਗ ਐਕਸੈਸ ਪ੍ਰੋਟੋਕੋਲ। ਸੋ ਹੁੰਦਾ ਕੀ ਆ ਕਿ ਇੱਕ ਪ੍ਰੋਟੋਕੋਲ ਹੁੰਦਾ ਗਾ ਜਿਹੜੇ ਤੁਹਾਨੂੰ ਮੈਸੇਜ ਸੈਂਡ ਕੀਤੇ ਜਾਂਦੇ ਨੇ ਜਾਂ ਜੋ ਤੁਹਾਡੇ ਕੋਲੇ ਮੇਲ ਆਉਂਦੇ ਨੇਗੇ, ਜਦੋਂ ਤੁਸੀਂ ਉਹਨਾਂ ਨੂੰ ਐਕਸੈਸ ਕਰਨਾ ਤਾਂ ਉਸ ਚੀਜ਼ ਨੂੰ ਜਿਸ ਚੀਜ਼ ਰਾਹੀਂ ਤੁਸੀਂ ਐਕਸੈਸ ਕਰਦੇ ਹੋ ਉਸ ਨੂੰ ਕੀ ਕਿਹਾ ਜਾਂਦਾ ਗਾ? ਇੰਟਰਨੈਟ ਮੈਸੇਜਿੰਗ ਐਕਸੈਸ ਪ੍ਰੋਟੋਕੋਲ। ਇੱਕ ਪ੍ਰੋਟੋਕੋਲ ਜਿਹੜਾ ਕਿ ਤੁਹਾਨੂੰ ਮੇਲ ਪੜ੍ਹਨ ਦੇ ਵਿੱਚ ਮਦਦ ਕਰਦਾ, ਠੀਕ ਆ। ਸੋ ਉਸ ਤੋਂ ਬਾਅਦ ਜਿਹੜੀ ਨੈਕਸਟ ਟਰਮ ਆਉਂਦੀ ਆ ਉਹ ਹੈ SMTP, ਜਿਸ ਨੂੰ ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ ਕਿਹਾ ਜਾਂਦਾ। ਸੋ ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ ਇੱਕ ਤਰ੍ਹਾਂ ਦਾ ਉਹ ਪ੍ਰੋਟੋਕੋਲ ਹੁੰਦਾ ਗਾ ਜਿਹੜਾ ਕਿ ਇੰਟਰਨੈਟ ਦੇ ਰਾਹੀਂ ਤੁਹਾਡਾ ਜਿਹੜਾ ਮੇਲ ਹੁੰਦਾ, ਜਿਹੜਾ ਤੁਸੀਂ ਕਿਸੇ ਹੋਰ ਨੂੰ ਸੈਂਡ ਕਰ ਰਹੇ ਹੋ, ਉਸ ਨੂੰ ਟਰਾਂਸਫਰ ਕਰਨ ਦੇ ਵਿੱਚ ਤੁਹਾਡੀ ਮਦਦ ਕਰਦਾ। ਸੋ ਇੱਕ ਤਰ੍ਹਾਂ ਇਹ ਸਭ ਤੋਂ ਪਹਿਲਾਂ ਕੀ ਦੇਖਦਾ ਇਸ ਦੇ ਵਿੱਚ? ਇਹ ਸਭ ਤੋਂ ਪਹਿਲਾਂ ਦੇਖਦਾ ਫਾਰਮੈਟ ਦੇਖਦਾ, ਜਿਹੜਾ ਤੁਹਾਡਾ ਸੁਨੇਹਾ ਆਉਂਦਾ, ਤੁਹਾਡਾ ਜਿਹੜਾ ਮੇਲ ਹੁੰਦਾ ਉਹਦਾ ਫਾਰਮੈਟ ਦੇਖਦਾ, ਠੀਕ ਆ। ਫਿਰ ਉਹਦਾ ਸਰਵਰ ਦੇਖਦਾ, ਫਿਰ ਉਹ ਸੰਦੇਸ਼ ਨੂੰ ਜਿਹੜਾ ਹੁੰਦਾ ਉਸ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਣ ਦੇ ਵਿੱਚ ਮਦਦ ਕਰਦਾ। ਕੌਣ ਕਰਦਾ ਹੈਗਾ? ਸਿੰਪਲ ਮੇਲ ਟਰਾਂਸਫਰ ਪ੍ਰੋਟੋਕੋਲ।
ਉਸ ਤੋਂ ਬਾਅਦ ਜਿਹੜੀ ਨੈਕਸਟ ਟਰਮ ਆਉਂਦੀ ਆ ਉਹ ਫਿਸ਼ਿੰਗ ਇਜ਼ ਅ fraudulent practice in which private data is captured on website or through an email designed to look like a trusted third party. Typically phishing from password phishing scam involve an email altering the user to a problem with their bank or another account. ਸੋ ਦੋਸਤੋ ਫਿਸ਼ਿੰਗ ਦੀ ਆਪਾਂ ਅਗਰ ਗੱਲ ਕਰੀਏ, ਫਿਸ਼ਿੰਗ ਉਹ ਫਿਸ਼ਿੰਗ ਨਹੀਂ ਜਿਹੜੀ ਤੁਸੀਂ ਮੱਛੀ ਫੜਨ ਦੇ ਵਾਲੀ ਸੋਚ ਰਹੇ ਹੋ। ਆਪਾਂ ਗੱਲ ਕਰ ਰਹੇ ਹਾਂ ਇੱਕ ਅਜਿਹੀ ਧੋਖਾਧੜੀ ਅਭਿਆਸ ਦੀ ਜਿਸ ਦੇ ਵਿੱਚ ਇੱਕ ਅਸਲੀ ਵੈਬਸਾਈਟ ਦੀ ਤਰ੍ਹਾਂ ਇੱਕ ਨਕਲੀ ਵੈਬਸਾਈਟ ਬਣਾ ਲਿੱਤੀ ਜਾਂਦੀ ਆ ਤੇ ਉਹ ਜਿਹੜੀ ਨਕਲੀ ਵੈਬਸਾਈਟ ਹੁੰਦੀ ਆ ਉਸ ਦੇ ਰਾਹੀਂ ਉਹ ਲੋਕਾਂ ਨੂੰ ਠੱਗਦੇ ਨੇਗੇ। ਸੋ ਤੁਸੀਂ ਕਈ ਵਾਰੀ ਦੇਖਿਆ ਹੋਊਗਾ, ਫੋਰ ਐਗਜ਼ਾਮਪਲ ਕਿ ਤੁਸੀਂ ਮੰਨ ਲਓ ਫਲਿੱਪਕਾਰਟ ਦੀ ਵੈਬਸਾਈਟ 'ਤੇ ਜਾਣਾ ਜਿਹੜੀ ਅਸਲੀ ਆ, ਠੀਕ ਆ, ਪਰੰਤੂ ਜਦੋਂ ਤੁਸੀਂ ਫਲਿੱਪਕਾਰਟ ਭਰਦੇ ਹੋ ਤਾਂ ਤੁਸੀਂ ਇੱਕ ਉਸ ਤਰੀਕੇ ਦੀ ਸੇਮ ਦਿਖਣ ਵਾਲੀ ਵੈਬਸਾਈਟ ਦੇ ਉੱਤੇ ਪਹੁੰਚ ਜਾਂਦੇ ਹੋ। ਤਾਂ ਜਦੋਂ ਤੁਸੀਂ ਉਸ ਦੇ ਰਾਹੀਂ ਠੱਗੇ ਜਾਂਦੇ ਹੋ ਤਾਂ ਜਿਹੜੀ ਉਹ ਵੈਬਸਾਈਟ ਬਣਾਈ ਜਾਂਦੀ ਹੈ ਨਕਲੀ ਵੈਬਸਾਈਟ ਹੁੰਦੀ ਆ ਉਸ ਨੂੰ ਫਿਸ਼ਿੰਗ ਕਿਹਾ ਜਾਂਦਾ ਹੈਗਾ, ਠੀਕ ਆ। ਸੋ ਇਸ ਤਰੀਕੇ ਦੇ ਕਾਫੀ ਜ਼ਿਆਦਾ ਮਤਲਬ ਧੋਖਾਧੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਇੰਟਰਨੈਟ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਵੀ ਕਾਫੀ ਨਕਲੀ ਵੈਬਸਾਈਟ ਨੇਗੀਆਂ ਜਿਹੜੀਆਂ ਲੋਕਾਂ ਨੂੰ ਠੱਗਣ ਦੇ ਵਿੱਚ ਕੰਮ ਕਰਦੀਆਂ ਨੇਗੀਆਂ, ਠੀਕ ਆ। ਸੋ ਇਹ ਸੇਮ ਅਸਲੀ ਵੈਬਸਾਈਟ ਦੀ ਤਰ੍ਹਾਂ ਹੀ ਦਿਖਦੀਆਂ ਨੇਗੀਆਂ, ਪਰੰਤੂ ਉਹ ਹੁੰਦੀਆਂ ਨੇਗੀਆਂ ਫਿਸ਼ਿੰਗ ਵੈਬਸਾਈਟ ਜਿਹੜੀਆਂ ਕਿ ਧੋਖਾਧੜੀ ਹੁੰਦੀਆਂ ਨੇਗੀਆਂ, ਜਿਹੜੀਆਂ ਕਿ ਦੂਸਰੇ ਲੋਕਾਂ ਨੂੰ ਠੱਗਦੀਆਂ। ਸੋ ਉਸ ਤੋਂ ਬਾਅਦ ਜਿਹੜੀ ਨੈਕਸਟ ਟਰਮ ਆਉਂਦੀ ਆ ਉਹ ਹੈ POP, ਜਿਸ ਨੂੰ ਪੋਸਟ ਆਫਿਸ ਪ੍ਰੋਟੋਕੋਲ ਕਹਿੰਦਾ। ਇਹ ਉਹ ਪ੍ਰੋਟੋਕੋਲ ਹੁੰਦਾ ਹੈ, ਇੰਟਰਨੈਟ ਸਟੈਂਡਰਡ ਹੁੰਦਾ ਗਾ ਕਿ ਕਿਸ ਤਰ੍ਹਾਂ ਤੁਸੀਂ ਮੇਲ ਭੇਜਣਾ ਹੈ, ਕਿਸ ਤਰ੍ਹਾਂ ਮੇਲ ਪ੍ਰਾਪਤ ਕਰਨਾ ਹੈ, ਠੀਕ ਆ। ਇਹ ਮੇਲ ਭੇਜਣ ਦੇ ਜਿਹੜੇ ਪਿੱਛੇ ਦਾ ਪ੍ਰੋਸੈਸ ਹੁੰਦਾ ਗਾ, ਸਾਨੂੰ ਸਿਰਫ ਇੰਨਾ ਪਤਾ ਹੁੰਦਾ ਕਿ ਅਸੀਂ ਮੇਲ ਸੈਂਡ ਕਰਨਾ, ਹੈ ਨਾ, ਕਿਵੇਂ ਕਰਨਾ ਹੈ, ਪ੍ਰਾਪਤ ਕਿਵੇਂ ਕਰਨਾ, ਪਰੰਤੂ ਉਸ ਦੇ ਪਿੱਛੇ ਜਿਹੜਾ ਪ੍ਰੋਸੈਸ ਕੰਮ ਕਰਦਾ, ਠੀਕ ਆ, ਉਸ ਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੁੰਦਾ। ਪਰੰਤੂ ਉਹ ਸਾਰੇ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ, ਪੋਸਟ ਆਫਿਸ ਪ੍ਰੋਟੋਕੋਲ ਕਿਹਾ ਜਾਂਦਾ ਗਾ, ਜਿਸ ਦੇ ਅਧੀਨ ਇਹ ਸਾਰਾ ਕੋਈ ਪ੍ਰੋਸੈਸ ਚੱਲਦਾ ਗਾ, ਠੀਕ ਆ। ਸੋ ਉਸ ਤੋਂ ਬਾਅਦ ਜਿਹੜੀ ਨੈਕਸਟ ਟਰਮ ਆਉਂਦੀ ਆ ਉਹ ਹੈ PST, ਜਿਸ ਨੂੰ ਪਰਸਨਲ ਫੋਲਡਰਸ ਫਾਈਲ ਕਿਹਾ ਜਾਂਦਾ, ਜਿਸ ਦੇ ਵਿੱਚ ਹੁੰਦਾ ਕੀ ਸੀ ਕਿ ਇਸ ਦੇ ਵਿੱਚ ਤੁਸੀਂ ਨਾ ਕੋਈ ਵੀ ਡਾਟੇ ਨੂੰ ਸਟੋਰ ਕਰਕੇ ਰੱਖ ਸਕਦੇ ਹੋ, ਕੋਈ ਫਾਈਲਸ ਵਗੈਰਾ, ਈਮੇਲ, ਸੰਪਰਕ, ਨੋਟਸ ਹੋ ਗਿਆ ਨਾ, ਜਾਂ ਕੋਈ ਕੈਲੰਡਰ ਹੋ ਗਿਆ। ਸੋ ਜਿਹੜਾ ਆਊਟਲੁੱਕ ਡਾਟਾ ਹੁੰਦਾ ਉਸ ਨੂੰ ਤੁਸੀਂ ਇਹਦੇ ਵਿੱਚ ਫੋਲਡਰ ਬਣਾ ਕੇ ਸੇਵ ਕਰਕੇ ਰੱਖ ਸਕਦੇ ਹੋ, ਉਸ ਨੂੰ ਕੀ ਕਿਹਾ ਜਾਂਦਾ, ਪਰਸਨਲ ਫੋਲਡਰਸ ਫਾਈਲ। ਸੋ ਜਿਹੜੀ ਨੈਕਸਟ ਟਰਮ ਆ ਉਹ ਹੈ ਸਪੈਮ ਉਹ ਮੇਲ ਜੋ ਬੇਲੋੜੇ ਹੁੰਦੇ ਨੇ, ਠੀਕ ਆ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ, ਪਰੰਤੂ ਉਹ ਤੁਹਾਨੂੰ ਬਹੁਤ ਜ਼ਿਆਦਾ ਆਉਂਦੇ ਰਹਿੰਦੇ ਨੇਗੇ, ਠੀਕ ਆ, ਤੁਹਾਡੇ ਉਹ ਇੱਕ ਸਪੈਮ ਦੇ ਵਿੱਚ ਪਏ ਰਹਿੰਦੇ ਨੇ। ਸੋ ਉਸ ਨੂੰ ਕੀ ਕਿਹਾ ਜਾਂਦਾ ਗਾ, ਸਪੈਮ, ਜਿਹੜੇ ਕਿ ਬੇਲੋੜੇ ਮੇਲ ਹੁੰਦੇ ਨੇਗੇ, ਠੀਕ ਆ। ਸੋ ਉਸ ਤੋਂ ਬਾਅਦ ਜਿਹੜੀ ਨੈਕਸਟ ਟਰਮ ਆ ਉਹ ਸਪੈਮਰ ਕੀ ਆ, ਸਪੈਮਰ ਉਹ ਪਰਸਨ ਹੁੰਦਾ ਗਾ ਜਾਂ ਕੋਈ ਇੱਦਾਂ ਦੀ ਹਸਤੀ ਹੁੰਦੀ ਆ ਜਿਹੜੀ ਕਿ ਉਹ ਸਪੈਮ ਕਰਦੀ ਆ, ਤੁਹਾਨੂੰ ਮੈਸੇਜ ਭੇਜਦੀ ਆ, ਠੀਕ ਆ। ਸੋ ਨੈਕਸਟ ਟਰਮ ਹੈਗੀ ਆ ਯੂਨੀਕੋਡ ਕੀ ਆ, ਯੂਨੀਕੋਡ ਇੱਕ ਤਰ੍ਹਾਂ ਦਾ ਕਰੈਕਟਰ ਹੁੰਦਾ ਗਾ, ਸਿੰਬਲ ਹੁੰਦੇ ਨੇਗੇ ਜਿਨ੍ਹਾਂ ਦੇ ਰਾਹੀਂ ਅਸੀਂ ਮੈਸੇਜ ਲਿਖਦੇ ਹਾਂ ਜਾਂ ਪਾਉਂਦੇ ਹਾਂ, ਠੀਕ ਆ। ਉਹਦੇ ਵਿੱਚ ਤੁਸੀਂ ਇਨਕਲੂਡ ਕਰ ਸਕਦੇ ਹੋ ਜਿਵੇਂ ਕਿ ਅਫਰੀਕਨ ਹੋ ਗਿਆ, ਅਰਬਿਕ, ਏਸ਼ੀਅਨ, ਹੈ ਨਾ, ਵੈਸਟਰਨਸ ਹੋ ਗਏ, ਜਿਹੜੇ ਕਰੈਕਟਰ ਹੁੰਦੇ ਨੇ, ਸਿੰਬਲ ਹੁੰਦੇ ਨੇ, ਉਸ ਨੂੰ ਕੀ ਕਿਹਾ ਜਾਂਦਾ, ਯੂਨੀਕੋਡ ਕਿਹਾ ਜਾਂਦਾ। ਨੈਕਸਟ ਟਰਮ ਹੈਗੀ ਆ ਸਬਜੈਕਟ, ਜਿਸ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਅਸੀਂ ਕਿਸ ਚੀਜ਼ ਬਾਰੇ ਗੱਲ ਕਰ ਰਹੇ ਹਾਂ, ਜਾਂ ਮੇਲ ਭੇਜਣ ਵਾਲੇ ਨੂੰ ਅਸੀਂ ਦੱਸਦੇ ਹਾਂ ਵੀ ਅਸੀਂ ਆਹ ਚੀਜ਼ ਤੈਨੂੰ ਸੈਂਡ ਕਰ ਰਹੇ ਹਾਂ, ਇਹ ਸਬਜੈਕਟ ਆ ਸਾਡਾ। ਤੁਸੀਂ ਦੇਖਿਆ ਹੋਊਗਾ ਕਿ ਕਈ ਵਾਰੀ ਸਬਜੈਕਟ ਦੇ ਵਿੱਚ ਤੁਸੀਂ ਲਿਖਦੇ ਹੋ ਕਿ ਡਾਕੂਮੈਂਟ, ਜਾਂ ਤੁਸੀਂ ਕੋਈ ਇੱਦਾਂ ਦਾ ਨਾਮ ਲਿਖਦੇ ਹੋ ਵੀ ਜਿਹੜਾ ਕਿ ਸਾਹਮਣੇ ਵਾਲੇ ਨੂੰ ਪਤਾ ਚੱਲ ਸਕੇ ਵੀ ਹਾਂ ਇਸਨੇ ਇਸ ਸਬਜੈਕਟ ਦੇ ਬਾਰੇ ਮੈਨੂੰ ਇਹ ਮੇਲ ਸੈਂਡ ਕੀਤੀ ਆ। ਸੋ ਉਸ ਤੋਂ ਬਾਅਦ ਜਿਹੜੀ ਨੈਕਸਟ ਟਰਮ ਆ ਉਹ ਹੈ ਥ੍ਰੈਡ ਜੈਕਿੰਗ ਕੀ ਆ ਦੋਸਤੋ, ਥ੍ਰੈਡ ਜੈਕਿੰਗ ਅਜਿਹੇ ਮੇਲ ਹੁੰਦੇ ਨੇ ਕਿ ਜਿਹੜੀ ਕਿ ਸਾਡੀ ਜਿਹੜੀ ਮੇਲ ਦੀ ਲਿਸਟ ਹੁੰਦੀ ਆ ਉਹਦੇ ਵਿੱਚ ਪਏ ਹੁੰਦੇ ਨੇ, ਠੀਕ ਆ, ਪਰੰਤੂ ਹੁੰਦਾ ਕਿ ਕਈ ਅਜਿਹੇ ਮੇਲ ਜਿਹੜੇ ਆਉਂਦੇ ਨੇ ਕਿ ਉਹ ਸਾਡੇ ਧਿਆਨ ਨੂੰ ਪਾਉਣ ਦੇ ਲਈ ਵਾਰ-ਵਾਰ ਸਬਜੈਕਟ ਚੇਂਜ ਕਰਦੇ ਰਹਿੰਦੇ ਨੇ, ਹੈ ਨਾ, ਤਾਂ ਜੋ ਅਸੀਂ ਉਹਨਾਂ ਨੂੰ ਦੇਖ ਸਕੀਏ। ਤਾਂ ਉਸ ਚੀਜ਼ ਨੂੰ ਕੀ ਕਿਹਾ ਜਾਂਦਾ, ਉਸ ਨੂੰ ਕਿਹਾ ਜਾਂਦਾ ਹੈਗਾ ਥ੍ਰੈਡ ਜੈਕਿੰਗ। ਸੋ ਲਾਸਟ ਦੇ ਵਿੱਚ ਜਿਹੜਾ ਆਪਣੀ ਟਰਮ ਆ ਉਹ ਹੈ ਵਰਮ, ਇੱਕ ਪ੍ਰੋਗਰਾਮ, ਇੱਕ ਅਜਿਹੀ ਸਕ੍ਰਿਪਟ ਹੁੰਦੀ ਆ ਜੋ ਆਪਣੇ ਆਪ ਨੂੰ ਦੁਹਰਾਉਂਦੀ ਰਹਿੰਦੀ ਆ, ਠੀਕ ਆ। ਸੋ ਇਸ ਦੇ ਵਿੱਚ ਹੁੰਦਾ ਕੀ ਆ ਕਿ ਇੱਕ ਤਰ੍ਹਾਂ ਦੇ ਅਜਿਹੇ ਸਕ੍ਰਿਪਟ ਹੁੰਦੇ ਨੇ ਕਿ ਪ੍ਰੋਗਰਾਮ ਹੁੰਦੇ ਨੇ ਕਿ ਜਿਹੜੇ ਕਿ ਬਾਰ-ਬਾਰ ਨੈਟਵਰਕ ਦੇ ਉੱਤੇ ਘੁੰਮਦੇ ਰਹਿੰਦੇ ਨੇ, ਸਾਡੇ ਕੋਲੇ ਆਉਂਦੇ ਰਹਿੰਦੇ ਨੇਗੇ, ਠੀਕ ਆ। ਪਰੰਤੂ ਇਸ ਦਾ ਕੋਈ ਮਾੜਾ ਪ੍ਰਭਾਵ ਤਾਂ ਹੁੰਦਾ ਨਹੀਂ ਗਾ, ਠੀਕ ਆ, ਸਿਰਫ ਇਹ ਖਪਤ ਨੂੰ ਜ਼ਿਆਦਾ ਤੋਂ ਜ਼ਿਆਦਾ ਜਗ੍ਹਾ ਨੂੰ ਜ਼ਿਆਦਾ ਤੋਂ ਜ਼ਿਆਦਾ ਘੇਰਦੇ ਨੇਗੇ, ਇਸ ਤੋਂ ਬਿਨਾਂ ਇਹਦਾ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਪਰੰਤੂ ਕੁਝ ਜਿੱਦਾਂ ਦੇ ਵਰਮ ਹੁੰਦੇ ਨੇ ਜਿਹੜੇ ਕਿ ਬਹੁਤ ਖਤਰਨਾਕ ਪ੍ਰਭਾਵ ਪਾਉਂਦੇ ਨੇਗੇ। ਸੋ ਇਸ ਚੀਜ਼ ਨੂੰ ਕੀ ਕਿਹਾ ਜਾਂਦਾ ਗਾ, ਵਰਮ। ਸੋ ਦੋਸਤੋ ਇਹ ਸੀ ਆਪਣਾ ਇੱਕ ਛੋਟਾ ਜਿਹਾ ਲੈਸਨ ਜਿਹੜਾ ਕਿ ਈਮੇਲ ਦੇ ਟਰਮਨੋਲੋਜੀ ਸੀਗਾ। ਸੋ ਆਈ ਹੋਪ ਕਿ ਤੁਹਾਨੂੰ ਇਹ ਲੈਸਨ ਜ਼ਰੂਰ ਪਸੰਦ ਆਇਆ ਹੋਊਗਾ। ਅਗਰ ਮੇਰਾ ਲੈਸਨ ਤੁਹਾਨੂੰ ਪਸੰਦ ਆਇਆ ਤਾਂ ਕਮੈਂਟ ਤੇ ਲਾਈਕ ਜ਼ਰੂਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਓਕੇ ਦੋਸਤੋ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।